ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੁਝ ਜ਼ਿੰਦਗੀ ਦੇ ਵਿੱਚ ਖਾਏ ਹੋਏ ਧੱਕੇ ਤੇ ਕੁਝ ਪੜ੍ਹਾਈ ਤੇ ਕੁਝ ਜਿਹੜਾ ਅਲੱਗ-ਅਲੱਗ ਜਗ੍ਹਾ ਦਾ ਇਕੱਠਾ ਕੀਤਾ ਐਕਸਪੀਰੀਅੰਸ ਉਹ ਅੱਜ ਕੰਮ ਆ ਗਿਆ। ਕੁਝ ਆਵਾਜ਼ਾਂ ਜਿਹੜੀਆਂ ਸੀਗੀਆਂ ਚੱਕੀਆਂ ਸੀਗੀਆਂ ਪਿੰਡ ਵਾਲਿਆਂ ਨੂੰ ਲੈ ਕੇ, ਪਿੰਡ ਵਾਲਿਆਂ ਦੀ ਜਿਹੜੀ ਸੋਚ ਆ ਉਹਨੂੰ ਲੈ ਕੇ ਤੇ ਪਿੰਡ ਦੇ ਵਿੱਚ ਉਹ ਕੰਮਾਂ ਨੂੰ ਲੈ ਕੇ ਜਿਹੜੇ ਹੋਣੇ ਬਹੁਤ ਜ਼ਰੂਰੀ ਆ ਤੇ ਉਹ ਬੱਚਿਆਂ ਦੇ ਲਈ ਬਹੁਤ ਜ਼ਰੂਰੀ ਆ। ਉਹ ਹਰ ਇੱਕ ਇਨਸਾਨ, ਹਰ ਇੱਕ ਬੰਦੇ ਦੇ ਲਈ ਬਹੁਤ ਜ਼ਰੂਰੀ ਆ ਜਿਹੜਾ ਪਿੰਡ ਦੇ ਵਿੱਚ ਰਹਿੰਦਾ ਆ। ਕਿਉਂਕਿ ਹੁਣ ਤੱਕ ਜਿਹੜੀਆਂ ਮੰਗਾਂ ਸੀਗੀਆਂ, ਆਪਾਂ ਜਿਹੜੀ ਚੀਜ਼ਾਂ ਆਪਾਂ ਮੰਗਦੇ ਸੀ ਉਹ ਐਕਚੁਅਲ ਦੇ ਵਿੱਚ ਕਿਤੇ ਨਾ ਕਿਤੇ ਆਪਣੇ ਲਈ ਸਹੀ ਨਹੀਂ ਸੀਗੀਆਂ। ਜੇ ਸਹੀ ਸੀਗੀਆਂ ਵੀ ਤਾਂ ਆਪਾਂ ਇੱਕ ਨੀਚੇ ਦੇ ਲੈਵਲ ਦੀਆਂ ਮੰਗਾਂ ਮੰਗਦੇ ਸੀ। ਆਪਾਂ ਕਦੇ ਇਹ ਰਿਅਲਾਈਜ਼ ਹੀ ਨਹੀਂ ਕੀਤੇ ਵੀ ਆਪਣੀ ਐਕਚੁਅਲ ਜ਼ਰੂਰਤਾਂ ਕੀ ਨੇ, ਆਪਾਂ ਆਪਣੇ ਪਿੰਡ ਦੇ ਵਿੱਚ ਇੰਪਰੂਵਮੈਂਟ ਕਿਵੇਂ ਕਰ ਸਕਦੇ ਹਾਂ, ਡਿਵੈਲਪਮੈਂਟ ਕਿਵੇਂ ਕਰ ਸਕਦੇ ਹਾਂ ਤੇ ਬੱਚਿਆਂ ਨੂੰ ਆਪਾਂ ਅੱਗੇ ਕਿਵੇਂ ਵਧਾ ਸਕਦੇ ਹਾਂ। ਉਸੇ ਨੂੰ ਲੈ ਕੇ ਕੁਝ ਇਨੀਸ਼ੀਏਟ ਲਿੱਤੇ ਸੀਗੇ। ਸੋ ਲੋਕਾਂ ਦੇ ਪਿਆਰ ਨਾਲ, ਹਰ ਇੱਕ ਬੰਦੇ ਦੇ ਸਹਿਯੋਗ ਨਾਲ ਉਹ ਇਨੀਸ਼ੀਏਟ ਪੂਰੇ ਹੋ ਰਹੇ ਆ। ਜਿਹੜੇ ਆਪਾਂ ਲਿੱਤੇ ਸੀਗੇ ਉਹ ਸੁਪਨੇ ਪੂਰੇ ਹੋ ਰਹੇ ਆ। ਜਿਹਦੇ ਵੀ ਨਾਲ ਗੱਲ ਕਰਦਾ ਪੋਜ਼ਿਟਿਵਿਟੀ ਮਿਲਦੀ ਆ, ਹਰ ਇੱਕ ਬੰਦਾ ਨਾਲ ਚੱਲਣ ਨੂੰ ਤਿਆਰ ਆ। ਤੇ ਜਦੋਂ ਉਹ ਨਾਲ ਚੱਲਣ ਨੂੰ ਹਰ ਇੱਕ ਤਿਆਰ ਹੋ ਜਾਂਦਾ, ਉਹ ਇੱਕ ਯੂਨਿਟੀ ਬਣ ਜਾਂਦੀ ਹੈ ਤਾਂ ਯੂਨਿਟੀ ਦੇ ਨਾਲ ਉਹ ਚੀਜ਼ਾਂ ਹੋਣੀਆਂ ਲਾਜ਼ਮੀ ਹੋ ਜਾਂਦੀਆਂ ਨੇ। ਕਿਉਂਕਿ ਮੰਗਾਂ ਕੁਝ ਐਵੇਂ ਦੀਆਂ ਨੇ ਪਰ ਉਹ ਚੀਜ਼ਾਂ ਨੂੰ ਹਰ ਇੱਕ ਬੰਦਾ ਨਹੀਂ ਸਮਝ ਸਕਦਾ, ਪਰ ਜਿਹੜਾ ਸਮਝ ਰਿਹਾ ਉਹ ਨਾਲ ਚੱਲ ਰਿਹਾ। ਗਰਾਊਂਡ ਦੀ ਮੰਗ ਕੀਤੀ ਸੀ ਕਿ ਪਿੰਡ ਦੇ ਵਿੱਚ ਗਰਾਊਂਡ ਦੇ ਪਿੰਡ ਦੇ ਜਿਹੜੇ ਮੌਜੂਦਾ ਸਰਪੰਚ ਆ ਉਹ ਵੀ ਸਹਿਮਤ ਹੋ ਗਿਆ ਤੇ ਪਿੰਡ ਦਾ ਹਰ ਇੱਕ ਬੰਦਾ ਸਹਿਮਤ ਆ। ਔਰ ਖੁਸ਼ੀ ਦੀ ਗੱਲ ਇਹ ਵੀ ਹਰ ਇੱਕ ਬੰਦੇ ਨੂੰ, ਪਿੰਡ ਦੇ ਨੂੰ ਪਤਾ ਲੱਗ ਗਿਆ ਵੀ ਗਰਾਊਂਡ ਸੱਚੀ ਜ਼ਰੂਰੀ ਆ। ਕਿਉਂ ਜ਼ਰੂਰੀ ਆ, ਮੈਂ 2-3 ਚੀਜ਼ਾਂ ਦੱਸ ਦਿੰਦਾ ਵੀ ਜ਼ਰੂਰੀ ਕਿਉਂ ਆ ਤੇ ਉਹਦੇ ਰਿਜ਼ਲਟ ਕੀ ਮਿਲਣੇ ਸੀਗੇ ਜੇ ਬਾਈ ਚਾਂਸ ਗਰਾਊਂਡ ਨਾ ਹੁੰਦਾ। ਮੇਰੇ ਜਿਹੜਾ ਬਚਪਨ ਨਿਕਲਿਆ ਸਾਰਾ ਉਹ ਪਿੰਡ ਦੇ ਵਿੱਚ ਨਿਕਲਿਆ ਤੇ ਗਰਾਊਂਡ ਸੀਗਾ। ਉਸ ਟਾਈਮ ਆਪਾਂ ਖੇਲਦੇ ਸੀ, ਕੁੱਦਦੇ ਸੀਗੇ, ਬੱਚੇ ਐਕਟੀਵੇਟ ਰਹਿੰਦੇ ਸੀ। ਸਭ ਤੋਂ ਵੱਡਾ ਤਾਂ ਸਰੀਰ ਦੇ ਉੱਤੇ, ਜਿਹੜਾ ਬਾਡੀ ਦੇ ਉੱਤੇ ਗਰਾਊਂਡ ਦਾ ਰਿਜ਼ਲਟ ਸੀਗਾ ਉਹ ਇੱਕ ਬਹੁਤ ਵਧੀਆ ਬੈਨੀਫਿਟ ਮਿਲਦਾ ਸੀਗਾ। ਕਿਉਂਕਿ ਖੇਲਣ ਕੁੱਦਣ ਨਾਲ ਬੱਚਿਆਂ ਦੇ ਵਿੱਚ ਜਿਹੜੀ ਵਧਣ ਫੁੱਲਣ ਸੀਗੀ ਉਹ ਜ਼ਿਆਦਾ ਪੈਂਦੀ ਸੀ ਤੇ ਬੱਚੇ ਆਟੋਮੈਟਿਕਲੀ ਫਿੱਟ ਰਹਿੰਦੇ ਸੀ। ਜਦੋਂ ਬੱਚੇ 20 ਸਾਲ 22 ਸਾਲ 17 18 19 ਸਾਲ ਦੇ ਹੁੰਦੇ ਸੀਗੇ ਤੇ ਉਹ ਆਪਦੀਆਂ ਗਰਾਊਂਡ ਦੇ ਵਿੱਚ ਪ੍ਰੈਕਟਿਸਾਂ ਕਰਕੇ ਉਹ ਆਪਦੀਆਂ ਨੌਕਰੀਆਂ ਜਿਹੜੀਆਂ ਮੁਕਾਮ ਸੀਗੇ ਉਹ ਹਾਸਲ ਕਰਦੇ ਸੀ। ਜਿਵੇਂ ਤੁਹਾਨੂੰ ਪਤਾ ਹੀ ਹੈ ਪਿੰਡ ਦੇ ਵਿੱਚ ਆਪਣੇ ਚੰਡੀਗੜ੍ਹ ਪੁਲਿਸ, ਪੰਜਾਬ ਪੁਲਿਸ ਤੇ ਇੰਡੀਅਨ ਆਰਮੀ ਦੇ ਵਿੱਚ ਭਰਤੀ ਹੋਏ, ਉਹ ਸਿਰਫ ਉਸ ਗਰਾਊਂਡ ਕਰਕੇ ਭਰਤੀ ਹੋਏ ਆ। ਇਸ ਤੋਂ ਇਲਾਵਾ ਕੋਈ ਨੌਕਰੀ ਹੋਰ ਪਿੰਡ ਦੇ ਵਿੱਚ ਹੈ ਨਹੀਂ। ਸਿਰਫ 1 ਜਾਂ 2 ਬੰਦੇ ਐਵੇਂ ਦੀ ਨੌਕਰੀ ਹੋਣਗੇ ਜਿਹੜੇ ਬਿਨਾਂ ਗਰਾਊਂਡ ਤੋਂ ਲੱਗੇ ਸੀਗੇ ਹੁਣ ਤੱਕ। ਤੇ ਲੌਜੀਕਲੀ ਜਿਹੜੀ ਪਿੰਡਾਂ ਦੇ ਵਿੱਚ ਆਪਣੀ ਪੜ੍ਹਾਈ ਹੈਗੀ ਉਹਦਾ ਲੈਵਲ ਇੰਨਾ ਕੁ ਉੱਚਾ ਨਹੀਂ ਹੈਗਾ ਵੀ ਆਪਾਂ ਵੱਡੀਆਂ ਨੌਕਰੀਆਂ ਸੈਂਟਰ ਗਵਰਨਮੈਂਟ ਦੀਆਂ ਭਰ ਸਕੀਏ। ਉਹਦੇ ਵਿੱਚ ਮੈਨੂੰ ਸਮਝ ਨਹੀਂ ਆਉਂਦਾ ਵੀ ਮੈਂ ਦੋਸ਼ ਕਿਹਨੂੰ ਦੇਵਾਂ, ਸਕੂਲ ਨੂੰ ਜਾਂ ਬੱਚਿਆਂ ਦੇ ਪੇਰੈਂਟਸ ਨੂੰ ਜਾਂ ਬੱਚਿਆਂ ਨੂੰ ਜਾਂ ਫਿਰ ਪਿੰਡ ਦੇ ਵਿੱਚ ਜਿਹੜੀ ਪਰਵਰਿਸ਼ ਹੁੰਦੀ ਹੈ ਉਹਨੂੰ ਲੈ ਕੇ। ਬਟ ਛੱਡੋ, ਉਹ ਆਪਣਾ ਮੈਟਰ ਨਹੀਂ ਹੈਗਾ। ਜਿਹੜੀ ਚੀਜ਼ ਹੋ ਸਕਦੀ ਹੈ ਉਹਦੇ ਉੱਤੇ ਗੱਲ ਕਰਦੇ ਹਾਂ। ਗਰਾਊਂਡ ਬਣਨਾ ਲਾਜ਼ਮੀ ਸੀਗਾ ਕਿਉਂਕਿ ਗਰਾਊਂਡ ਜਿਹੜਾ ਸੀਗਾ ਉਹ ਖਤਮ ਹੋ ਗਿਆ ਸੀ। ਬੱਚੇ ਦੌੜਾਂ ਨਹੀਂ ਲਾ ਪਾ ਰਹੇ ਸੀ, ਜਿਹਦੇ ਕਰਕੇ ਜਦੋਂ ਬੱਚਾ 17 18 ਸਾਲ ਦਾ ਹੁੰਦਾ ਉਹ ਗਰਾਊਂਡ ਦੇ ਵਿੱਚ ਭੱਜ ਦੌੜ ਕਰਕੇ ਆਪਣੀ ਪ੍ਰੈਕਟਿਸ ਕਰਕੇ ਇਹ ਦੋਵੇਂ ਨੌਕਰੀਆਂ ਜਿਹੜੀਆਂ ਫੋਰਸਿਸ ਵਾਲੀ ਨੌਕਰੀਆਂ ਸੀਗੀਆਂ ਉਹ ਅਚੀਵ ਕਰ ਲੈਂਦਾ ਸੀ। ਕਿਤੇ ਨਾ ਕਿਤੇ ਘਰ ਦੇ ਹਾਲਾਤ ਠੀਕ ਹੋ ਜਾਂਦੇ ਸੀ। ਪਰ ਇਹ ਚੀਜ਼ਾਂ ਹੁਣ ਖਤਮ ਹੋ ਗਈਆਂ ਸੀਗੀਆਂ। ਇਹਦੇ ਵਿੱਚ ਆਪਾਂ ਦੋਸ਼ ਤਾਂ ਚਲੋ ਕਿਸੇ ਨੂੰ ਨਹੀਂ ਦੇ ਸਕਦੇ ਕਿਉਂਕਿ ਜਿਹੜੀ ਚੀਜ਼ ਹੋ ਗਈ ਉਹਦੇ ਉੱਤੇ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੈਗਾ। ਜਿਹੜੀ ਚੀਜ਼ ਅੱਗੇ ਹੋ ਸਕਦੀ ਹੈ ਉਹਦੇ ਉੱਤੇ ਕੰਮ ਕਰੋ ਤਾਂ ਹੀ ਆਪਾਂ ਕੁਝ ਕਰ ਸਕਦੇ ਹਾਂ। ਤੇ ਜਦੋਂ ਬੱਚੇ ਗਰਾਊਂਡ ਦੇ ਵਿੱਚ ਦੌੜਨਗੇ ਤਾਂ ਕਿਸੇ ਦਾ ਬੱਚਾ ਆਰਮੀ ਵਿੱਚ ਲੱਗੂਗਾ, ਕਿਸੇ ਦਾ ਪੁਲਿਸ ਵਿੱਚ ਲੱਗੂਗਾ, ਉਹ ਗਰਾਊਂਡ ਕਰਕੇ ਲੱਗੂਗਾ। ਜੇ ਗਰਾਊਂਡ ਨਹੀਂ ਹੋਇਆ ਤਾਂ ਉਹ ਨੌਕਰੀਆਂ ਵੀ ਖਤਮ ਹੋ ਜਾਣਗੀਆਂ। ਪਿੰਡ ਦਾ ਕੋਈ ਵੀ ਬੱਚਾ ਨੌਕਰੀ ਨਹੀਂ ਕਰ ਪਾਊਗਾ ਕਿਉਂਕਿ ਜਦੋਂ ਉਹਨੂੰ ਪ੍ਰੈਕਟਿਸ ਕਰਨ ਲਈ ਉਹ ਚੀਜ਼ ਹੀ ਨਹੀਂ ਮਿਲੀ ਤਾਂ ਲੌਜੀਕਲੀ ਗੱਲ ਆ ਵੀ ਉਹਦੀ ਨੌਕਰੀ ਲੱਗਣੀ ਵੀ ਲਾਜ਼ਮੀ ਨਹੀਂ ਹੋਊਗੀ, ਜਿਹਦੇ ਕਰਕੇ ਗਰਾਊਂਡ ਜ਼ਰੂਰੀ ਸੀਗਾ। ਸੋ ਗਰਾਊਂਡ ਦੇ ਲਈ ਹਰ ਇੱਕ ਬੰਦਾ ਐਗਰੀ ਕਰ ਗਿਆ। ਗਰਾਊਂਡ ਹੁਣ ਬਣਨ ਜਾ ਰਿਹਾ ਪਰ ਹਰ ਇੱਕ ਬੰਦੇ ਦੇ ਨਾਲ ਹੋਣਾ ਬਹੁਤ ਜ਼ਰੂਰੀ ਆ। ਬੰਦਿਆਂ ਨੂੰ ਸੋਚ ਦਾ ਪਤਾ ਹੋਣਾ ਜ਼ਰੂਰੀ ਆ ਵੀ ਕਿਉਂ ਜ਼ਰੂਰੀ ਆ। ਜੇ ਹੁਣ ਵੀ ਕਿਸੇ ਦੇ ਮਨ ਵਿੱਚ ਕੋਈ ਇੱਛਾ ਵੀ ਨਹੀਂ ਗਰਾਊਂਡ ਨਹੀਂ ਹੋਣਾ ਚਾਹੀਦਾ ਤਾਂ ਉਹ ਆਪਦਾ ਪੱਖ ਰੱਖ ਸਕਦਾ ਪਿੰਡ ਦੇ ਵਿੱਚ ਆ ਕੇ ਵੀ ਗਰਾਊਂਡ ਇਸ ਕਰਕੇ ਨਹੀਂ ਹੋਣਾ ਚਾਹੀਦਾ। ਲੋਕਾਂ ਨੂੰ ਵੀ ਪਤਾ ਲੱਗੇ ਵੀ ਐਵੇਂ ਦੇ ਮੂਰਖ ਬੰਦੇ ਵੀ ਹੈਗੇ ਆ ਪਿੰਡ ਦੇ ਵਿੱਚ। ਜੇ ਕਿਸੇ ਦਾ ਐਵੇਂ ਦਾ ਪੱਖ ਨਹੀਂ ਹੈਗਾ ਤਾਂ ਬੰਦਾ ਆਵੇ, ਉੱਥੇ ਆਪ ਦਾ ਵਿਚਾਰ ਰੱਖੇ ਤੇ ਆਪਾਂ ਗਰਾਊਂਡ ਬਣਾਈਏ ਪਿੰਡ ਦੇ ਵਿੱਚ ਰਲ ਕੇ। ਉਹਨੂੰ ਆਪਾਂ ਤਿਆਰ ਕਰਾਂਗੇ ਗਰਾਊਂਡ ਨੂੰ ਆਉਣ ਵਾਲੇ ਟਾਈਮ ਦੇ ਵਿੱਚ। ਤੇ ਦੂਜੀ ਗੱਲ, ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਆਪਣੇ ਉੱਤੇ ਹੁੰਦੀਆਂ ਨੇ। ਸਰਕਾਰਾਂ ਹੁਣ ਤੱਕ ਬਣਦੀਆਂ ਆਈਆਂ, MLA ਹੁਣ ਤੱਕ ਬਣਦੇ ਆਏ ਤੇ ਅੱਗੇ ਵੀ ਬਣਦੇ ਰਹਿਣਗੇ। ਪਰ ਕੁਝ ਪਿੰਡ ਦੇ ਐਵੇਂ ਦੇ ਜਿਹੜੇ ਕੰਮ ਹੁੰਦੇ ਆ ਉਹ ਆਪਾਂ ਨੂੰ ਆਪ ਅੱਗੇ ਹੋ ਕੇ ਕਰਨੇ ਪੈਂਦੇ ਆ, ਜਿਹਦੇ ਵਿੱਚ ਨਾ ਤਾਂ ਕਿਸੇ MLA ਦਾ ਰੋਲ ਹੁੰਦਾ, ਨਾ ਹੀ ਕਿਸੇ ਮਿਨਿਸਟਰ ਦਾ ਰੋਲ ਹੁੰਦਾ, ਪਰ ਉਹ ਪਿੰਡ ਦੀ ਯੂਨਿਟੀ ਨਾਲ ਹੁੰਦੇ ਆ। ਸੋ ਉਹ ਇਹ ਚੀਜ਼ਾਂ ਨੇ। ਗਰਾਊਂਡ ਹੋ ਗਿਆ, ਕਲੀਨਿੰਗ ਹੋ ਗਈ, ਪਿੰਡ ਦੇ ਵਿੱਚ ਟਰੀ ਲਾਉਣੇ, ਕਿੱਥੇ ਕਿਹੜੀ ਚੀਜ਼ ਹੋਣੀ ਚਾਹੀਦੀ ਹੈ ਉਹਨੂੰ ਪਿੰਡ ਮਿਲ ਕੇ ਡਿਸਾਈਡ ਕਰੇ ਤਾਂ ਜ਼ਿਆਦਾ ਵਧੀਆ ਗੱਲ ਆ। ਕਿਉਂਕਿ ਪਹਿਲਾਂ ਕੁਝ ਗੱਲਾਂ ਹੋਰ ਹੁੰਦੀਆਂ ਸੀ, ਸਰਪੰਚ ਪੈਸੇ ਖਾਣ ਦੇ ਚੱਕਰ ਵਿੱਚ ਬਣਦੇ ਸੀਗੇ ਪਰ ਕੁਝ ਹੁੰਦਾ ਨਹੀਂ ਸੀਗਾ। ਪਰ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਲੋਕ ਇੰਪਰੂਵ ਹੋ ਰਹੇ ਆ। ਲੋਕਾਂ ਵਿੱਚ ਜਿਹੜੀ ਹੈਗੀ ਆ ਉਹ ਲੋਕਾਂ ਨੂੰ ਨੌਲੇਜ ਬਹੁਤ ਆ ਰਹੀ ਆ ਤਾਂ ਲੋਕ ਪਰਟੀਕੂਲਰ ਹਰ ਇੱਕ ਪਿੰਡ ਦੇ ਲਈ ਕੰਮ ਕਰ ਰਹੇ ਆ। ਸੋ ਮੌਜੂਦਾ MLA ਤੁਹਾਨੂੰ ਪਤਾ ਹੈ ਜਿਹੜੇ ਹੈਗੇ ਆ, ਇੱਕ ਹੈ ਬਹੁਤ ਇਮਾਨਦਾਰ ਪਰਸਨ ਹੈਗੇ ਆ। ਕੋਈ ਵੀ ਬੰਦਾ ਘਰੇ ਜਾ ਕੇ ਖੜ ਸਕਦਾ। ਪਹਿਲਾਂ ਕੀ ਹੁੰਦਾ ਸੀ ਵੀ MLA ਦੇ ਘਰੇ ਸਿਰਫ ਇੱਕ ਮੌਤਵਰ ਬੰਦਾ ਹੀ ਜਾ ਸਕਦਾ ਸੀ, ਨਾਰਮਲ ਬੰਦੇ ਨੂੰ ਤਾਂ ਖੜਨਾ ਤੱਕ ਨਹੀਂ ਮਿਲਦਾ ਸੀਗਾ ਉੱਥੇ। ਤੇ ਹੁਣ ਜਿਹੜੇ ਹੈਗੇ ਆ ਮੌਜੂਦਾ MLA ਉੱਥੇ ਇੱਕ ਨਾਰਮਲ ਬੰਦਾ ਵੀ ਉਹਨਾਂ ਦੇ ਘਰੇ ਜਾ ਸਕਦਾ ਆ।
ਸੋ ਪਿੰਡ ਨੂੰ ਲੈ ਕੇ ਮੈਂ 2-3 ਚੀਜ਼ਾਂ ਕਲੀਅਰ ਕਰ ਸਕਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਪਿੰਡ ਦੇ ਵਿੱਚ ਕੋਈ ਵੀ ਨਜਾਇਜ਼ ਪਰਚਾ ਨਹੀਂ ਕਰ ਸਕਦਾ, ਕਿਉਂਕਿ ਪਿੰਡ ਦੇ ਵਿੱਚ ਹੁਣ ਕੁਛ ਐਵੇਂ ਦੇ ਪੜ੍ਹੇ ਲਿਖੇ ਜਵਾਕ ਹੈਗੇ ਆ, ਮੁੰਡੇ ਹੈਗੇ ਜਿਨ੍ਹਾਂ ਨੂੰ ਨੌਲੇਜ ਆ ਪੂਰੀ ਵੀ ਕਿੱਥੇ ਕਿਆ ਚੀਜ਼ ਹੋਣੀ ਆ। ਸੋ ਸੋਚ ਸਮਝ ਕੇ ਕੋਈ ਗਲਤ ਸਟੈਪ ਨਾ ਚੱਕੇ, ਕੋਈ ਪਿੰਡ ਦੀ ਨਜਾਇਜ਼ ਜਿਹੜੀ ਪਿੰਡ ਦੀ ਸਰਕਾਰੀ ਜ਼ਮੀਨ ਆ ਉਹਨੂੰ ਨਾ ਦੱਬੇ, ਕਿਉਂਕਿ ਉਹਦੇ ਵਿੱਚ ਬੇਸ਼ੱਕ ਸਰਪੰਚ ਜੀ ਨੇ, ਬੇਸ਼ੱਕ ਕੋਈ ਹੋਰ ਬੰਦਾ ਆ, ਉਹ ਨਜਾਇਜ਼ ਚੀਜ਼ ਨਹੀਂ ਦੱਬੀ ਜਾ ਸਕਦੀ, ਕਿਉਂਕਿ ਰਾਈਟਸ ਹੈ ਨੇ, ਸਾਨੂੰ ਪਤਾ ਹੈ ਨੌਲੇਜ ਕਿੱਥੇ ਕੀ ਕਰਨਾ ਆ। ਸੋ ਡਾਇਰੈਕਟ ਕਾਰਵਾਈ ਹੋ ਸਕਦੀ ਆ। ਤੇ ਦੂਜੀ ਗੱਲ, ਪਿੰਡ ਦੇ ਵਿੱਚ ਜੇ ਕੋਈ ਵੀ ਬੰਦਾ ਕੋਈ ਕਿਸੇ ਦੀ ਐਵੇਂ ਦੀ ਸੋਚ ਹੈਗੀ ਵੀ ਹਾਂ ਪਿੰਡ ਨੂੰ ਸੋਹਣਾ ਬਣਾਉਣਾ, ਸਾਫ਼ ਸੁਥਰਾ ਬਣਾਉਣਾ, ਸੋ ਉਹ ਬੰਦਾ ਨਾਲ ਮਿਲ ਕੇ ਚੱਲੇ, ਕਿਉਂਕਿ ਪਿੰਡ ਨੂੰ ਆਪਾਂ ਬਹੁਤ ਵਧੀਆ ਬਣਾ ਸਕਦੇ ਹਾਂ। ਜਿਵੇਂ ਲੋਕ ਆਪਾਂ ਜਾ ਕੇ ਕਹਿੰਦੇ ਸੀ ਵੀ ਅਸੀਂ ਚੰਡੀਗੜ੍ਹੋਂ ਆਏ ਹੋਏ ਹਾਂ, ਜਦੋਂ ਰਿਸ਼ਤੇਦਾਰੀ ਵਿੱਚ ਜਾਂਦੇ ਸੀ, ਉਹ ਚੀਜ਼ਾਂ ਸੱਚ ਹੋ ਜਾਣਗੀਆਂ, ਕਿਉਂਕਿ ਹੁਣ ਤੱਕ ਆਪਾਂ ਕਹਿੰਦੇ ਤਾਂ ਸੀਗੇ ਵੀ ਚੰਡੀਗੜ੍ਹੋਂ ਆਏ ਹੋਏ ਹਾਂ, ਪਰ ਜੇ ਕੋਈ ਆ ਕੇ ਦੇਖਦਾ ਸੀ ਤਾਂ ਸ਼ਰਮਿੰਦਗੀ ਜੀ ਮਹਿਸੂਸ ਹੁੰਦੀ ਸੀ ਵੀ ਦੱਸ ਇਹ ਚੰਡੀਗੜ੍ਹ ਵਾਲੇ ਆ। ਪਿੰਡ ਦੇ ਉਹ ਹਾਲਾਤ ਸੀਗੇ। ਸੋ ਆਉਣ ਵਾਲੇ ਟਾਈਮ ਦੇ ਵਿੱਚ ਉਹ ਵੀ ਇੰਪਰੂਵ ਹੋ ਜਾਣੇ ਆ। ਤੇ ਦੂਜੀ ਗੱਲ ਜਿਹੜੀ ਹੈਗੀ ਆ, ਦਿਨ ਐਤਵਾਰ 1 ਮਈ ਯਾਨੀ ਕਿ ਪਰਸੋਂ ਨੂੰ ਜਿਹੜਾ ਹੈਗਾ ਪਿੰਡ ਦੇ ਵਿੱਚ ਇਕੱਠ ਰੱਖਿਆ ਹੋਇਆ ਆ। ਉਹ ਇਕੱਠ ਜਿਹੜਾ ਰੱਖਿਆ ਉਹ ਤਾਂ ਕਰਕੇ ਰੱਖਿਆ ਤਾਂ ਕਿ ਗਰਾਊਂਡ ਦੀ ਜਗ੍ਹਾ ਡਿਸਾਈਡ ਕੀਤੀ ਜਾ ਸਕੇ ਵੀ ਗਰਾਊਂਡ ਦਾ ਮਤਾ ਕਿੱਥੇ ਪਾਉਣਾ ਆ, ਤੇ ਉਹ ਗਰਾਊਂਡ ਦੀ ਜਗ੍ਹਾ ਬੱਚਿਆਂ ਦੇ ਅਕੋਰਡਿੰਗ, ਆਪਣੇ ਅਕੋਰਡਿੰਗ, ਕਿਉਂਕਿ ਆਪਾਂ ਡਿਸਾਈਡ ਕਰਨਾ, ਬੱਚਿਆਂ ਨੂੰ ਤਾਂ ਕੁਝ ਪਤਾ ਹੀ ਨਹੀਂ ਹੈ ਵੀ ਕਿੱਥੇ ਗਰਾਊਂਡ ਹੋਣਾ ਚਾਹੀਦਾ, ਕੀ ਹੋਣਾ ਚਾਹੀਦਾ। ਉਹ ਆਪਾਂ ਡਿਸਾਈਡ ਕਰਨਾ ਵੀ ਕਿੱਥੇ ਕੰਫਰਟੇਬਲ ਆ ਪਿੰਡ ਦੇ ਬੱਚੇ, ਕਿਸੇ ਵੀ ਰਿਲੀਜੀਅਸ ਦੇ ਹੋਣ, ਕਿਸੇ ਵੀ ਵਿਹੜੇ ਦੇ ਹੋਣ, ਉਹ ਡਜ਼ਨਟ ਮੈਟਰ। ਆਪਾਂ ਇਹ ਡਿਸਾਈਡ ਕਰਨਾ ਵੀ ਗਰਾਊਂਡ ਕਿੱਥੇ ਰੱਖਣਾ ਜਿੱਥੇ ਬੱਚੇ ਜਾ ਕੇ ਖੇਡ ਸਕਣ, ਆਪਦੀ ਪ੍ਰੈਕਟਿਸ ਕਰ ਸਕਣ, ਤੇ ਬੱਚੇ ਜਿਹੜੇ ਹੈਗੇ ਆਉਣ ਵਾਲੇ ਟਾਈਮ ਦੇ ਵਿੱਚ ਆਪਣੀਆਂ ਨੌਕਰੀਆਂ ਅਚੀਵ ਕਰ ਸਕਣ। ਕਿਉਂਕਿ ਕੁਝ ਕੁ ਬੰਦਿਆਂ ਨੂੰ ਫਰਕ ਨਹੀਂ ਪੈਂਦਾ ਗਰਾਊਂਡ ਹੋਵੇ ਨਾ ਹੋਵੇ, ਕਿਉਂਕਿ ਉਹ ਇੰਨੇ ਕੁ ਕੈਪੇਬਲ ਹੈਗੇ ਵੀ ਆਪਦੇ ਜਵਾਕਾਂ ਨੂੰ ਵਧੀਆ ਸਕੂਲਾਂ ਵਿੱਚ ਪੜ੍ਹਾ ਸਕਦੇ ਆ, ਵਧੀਆ ਗਰਾਊਂਡਾਂ ਵਿੱਚ ਬਾਹਰ ਪੈਸੇ ਪੇ ਕਰਕੇ ਖਿਲਾ ਸਕਦੇ ਆ, ਪਰ ਹਰ ਇੱਕ ਬੰਦਾ ਪਿੰਡ ਦੇ ਵਿੱਚ ਐਵੇਂ ਅਫੋਰਡ ਨਹੀਂ ਕਰ ਸਕਦਾ। ਸੋ ਉਹਨੂੰ ਆਪਣੇ ਬੱਚਿਆਂ ਲਈ ਇਨੀਸ਼ੀਏਟਿਵ ਲੈਣਾ ਪੈਣਾ। ਹੁਣ ਮੈਂ ਗੱਲ ਕਰਦਾ ਵੀ ਜੇ ਗਰਾਊਂਡ ਨਾ ਹੋਵੇ ਉਹਦੇ ਨੈਗੇਟਿਵ ਇੰਪੈਕਟ ਕੀ ਨੇ, ਉਹਦੇ ਕੀ ਪ੍ਰਭਾਵ ਪੈ ਸਕਦੇ ਆ ਆਉਣ ਵਾਲੇ ਟਾਈਮ ਦੇ ਵਿੱਚ। ਜਦੋਂ ਇੱਕ ਛੋਟਾ ਜਵਾਕ ਸਕੂਲ ਦੇ ਵਿੱਚ ਪੜ੍ਹਦਾ, ਉਹਨੂੰ 2 ਜਾਂ 3 ਵਜੇ ਛੁੱਟੀ ਹੋ ਜਾਂਦੀ ਹੈ, ਉਹਦੇ ਕੋਲ 3 ਤੋਂ ਲੈ ਕੇ ਸ਼ਾਮ ਨੂੰ 6-7 ਵਜੇ ਸੌਣ ਤੱਕ ਦਾ ਟਾਈਮ ਹੁੰਦਾ। ਬੱਚਾ ਬਾਹਰ ਜਾਂਦਾ ਖੇਡਣ ਦੇ ਲਈ, ਜੇ ਬੱਚੇ ਨੂੰ ਗਰਾਊਂਡ ਨਹੀਂ ਮਿਲੂਗਾ ਤਾਂ ਓਬਵੀਅਸ ਹੈ ਉਹ ਬੱਚਾ ਖੇਲ ਨਹੀਂ ਪਾਊਗਾ ਚੰਗੀ ਤਰ੍ਹਾਂ, ਹੈ ਨਾ। ਤੇ ਜਿਹੜੇ ਜਵਾਕ ਆਪਦਾ ਸਟੱਡੀ ਕੰਪਲੀਟ ਕਰ ਲੈਂਦੇ ਆ ਆਪਣੇ ਐਂਟਰਟੇਨਮੈਂਟ ਵਾਸਤੇ, ਕਿਉਂਕਿ ਪਿੰਡਾਂ ਦੇ ਜਵਾਕ ਐਵੇਂ ਤਾਂ ਹੈ ਨਹੀਂ ਵੀ ਮੌਲਾਂ ਵਿੱਚ ਘੁੰਮਣਗੇ ਜਾਂ ਵੱਡੇ ਵੱਡੇ ਪਾਰਕਾਂ 'ਚ ਘੁੰਮਣਗੇ, ਉਹਨਾਂ ਲਈ ਪਿੰਡੇ ਹੁੰਦਾ ਜਿੱਥੇ ਉਹ ਆਪਦੀ ਵਾਕ ਕਰ ਸਕਦੇ ਆ, ਬੈਠ ਕੇ ਗੱਲਾਂ ਬਾਤਾਂ ਕਰ ਸਕਦੇ ਆ। ਸੋ ਜੇ ਗਰਾਊਂਡ ਵਗੈਰਾ ਨਹੀਂ ਹੋਇਆ ਤਾਂ ਉਹ ਜਵਾਕ ਗਲਤ ਪਾਸੇ ਲੱਗਣਗੇ, ਕਿਉਂਕਿ ਉਹਨਾਂ ਦਾ ਜਿਹੜਾ ਆਟੋਮੈਟਿਕਲੀ ਮਾਈਂਡ ਹੈ ਉਹ ਗਲਤ ਪਾਸੇ ਜਾਊਗਾ। ਉਹ ਨਸ਼ਿਆਂ 'ਤੇ ਵੀ ਲੱਗ ਸਕਦੇ ਆ, ਕਿਸੇ ਵੀ ਚੀਜ਼ ਦੇ ਉੱਤੇ ਉਹਨਾਂ ਦਾ ਇੰਪੈਕਟ ਪੈ ਸਕਦਾ। ਗਰਾਊਂਡ ਹੋਊਗਾ ਤਾਂ ਐਟਲੀਸਟ ਕਿਧਰੇ ਨਾ ਕਿਧਰੇ ਜਵਾਕ ਆਪਣੇ ਬਿਜ਼ੀ ਰਹਿਣਗੇ, ਹੈ ਨਾ। ਸੋ ਇਹ ਚੀਜ਼ਾਂ ਮੈਂ ਡਰਦਾ ਸੀ ਨਾ ਚੀਜ਼ਾਂ ਨੂੰ ਸੋਚ ਕੇ ਵੀ, ਜਦੋਂ ਇੱਕ ਜਵਾਕ +2 ਕਰਦਾ, +2 16 ਤੋਂ 17 ਸਾਲ ਦਾ ਜਵਾਕ ਇੱਕ +2 ਕਰਦਾ, ਉਹ ਤੋਂ ਬਾਅਦ ਉਹਦੇ ਲਈ ਆਪਸ਼ਨ ਆਉਂਦੀ ਹੈ ਨੌਕਰੀਆਂ ਦੇਖਣ ਦੀ। ਇੰਡੀਅਨ ਆਰਮੀ, ਪੰਜਾਬ ਪੁਲਿਸ, ਚੰਡੀਗੜ੍ਹ ਪੁਲਿਸ, ਜਿੰਨੀਆਂ ਵੀ ਫੋਰਸਿਸ ਹੈਗੀਆਂ, ਛੋਟੀ ਜਿਹੜੀਆਂ ਫੋਰਸਾਂ ਨੇ, ਉਹ ਦੇਖਣ ਦੀ ਉਹਦੇ ਕੋਲ ਆਪਸ਼ਨ ਆਉਂਦੀ ਆ। ਬਟ ਸਟਿਲ ਜਦੋਂ ਉਹ 2-3 ਸਾਲਾਂ ਦੇ ਵਿੱਚ ਉਹ ਨੌਕਰੀ ਨਾ ਅਚੀਵ ਕਰੇ ਤਾਂ ਉਹਦੀ ਉਮਰ ਕ੍ਰਾਸ ਹੋ ਜਾਂਦੀ ਹੈ। ਯਾਨੀ ਕਿ ਸਿਰਫ 2-3 ਸਾਲ ਉਹਦੇ ਕੋਲ ਹਾਰਡ ਵਰਕ ਕਰਨ ਦਾ ਟਾਈਮ ਹੁੰਦਾ ਆ। 2-3 ਸਾਲਾਂ ਦੇ ਵਿੱਚ ਜੇ ਆਪਣੇ ਆਪ ਨੂੰ ਸੰਭਾਲ ਗਿਆ, ਪ੍ਰੈਕਟਿਸ ਕਰ ਗਿਆ, ਥੋੜਾ ਜਿਹਾ ਪੜ੍ਹ ਗਿਆ, ਤਾਂ ਉਹਦੀ ਨੌਕਰੀ ਲੱਗ ਜਾਂਦੀ ਹੈ। ਜੇ ਉਹ 2-3 ਸਾਲ ਉਹਨੇ ਉਹ ਚੀਜ਼ ਨੂੰ ਨਹੀਂ ਸੰਭਾਲਿਆ ਤਾਂ ਲਾਜ਼ਮੀ ਜੀ ਗੱਲ ਆ, ਉਹਨੂੰ ਮਜ਼ਦੂਰੀਆਂ ਕਰਨੀ ਪੈਣੀਆਂ। ਐਗਜ਼ਾਮਪਲਾਂ ਤੁਹਾਡੇ ਸਾਹਮਣੇ ਆ ਪਿੰਡ ਦੇ ਵਿੱਚ, ਹਰ ਇੱਕ ਘਰ ਦੇ ਵਿੱਚ ਬੰਦਾ ਗ੍ਰੈਜੂਏਸ਼ਨ ਕਰਕੇ ਬੈਠਿਆ, ਕੋਈ BSc ਕਰਕੇ ਬੈਠਿਆ, ਕੋਈ MSc ਕਰਕੇ ਬੈਠਿਆ, ਤੇ ਮੇਬੀ ਸ਼ਾਇਦ PhD ਵਾਲੇ ਵੀ ਮਿਲ ਜਾਣ, ਪਰ ਸਟਿਲ ਨੌਕਰੀਆਂ ਨਹੀਂ ਕਰ ਪਾ ਰਹੇ। ਉਹਦੇ ਪਿੱਛੇ ਇਹੀ ਰੀਜ਼ਨ ਹੈ ਕਿਉਂਕਿ ਟਾਈਮ ਨੂੰ ਜਿਹੜਾ ਹੈਗਾ ਉਹ ਸੰਭਾਲ ਨਹੀਂ ਪਾਏ, ਜਾਂ ਫਿਰ ਉਹ ਚੀਜ਼ਾਂ ਆਪਾਂ ਕ੍ਰੀਏਟ ਨਹੀਂ ਕਰ ਪਾਏ ਪਿੰਡ ਦੇ ਵਿੱਚ ਜਿਨ੍ਹਾਂ ਨੇ ਉਹਨਾਂ ਨੂੰ ਰੁਜ਼ਗਾਰ ਦੇਣਾ ਸੀਗਾ। ਸੋ ਮੇਰੀ ਬੇਨਤੀ ਇਹੀ ਸੀ ਕਿ ਇਸੇ ਕਰਕੇ ਆਪਾਂ ਇਹ ਦੌੜ ਭੱਜ ਕੀਤੀ ਸੀਗੀ। ਆਪਾਂ ਨੂੰ ਇਹਦੇ ਵਿੱਚ ਕੋਈ ਲਾਲਚ ਨਹੀਂ ਹੈਗਾ ਕੋਈ ਚੀਜ਼ ਦਾ, ਜਿੱਥੇ ਆਪਾਂ ਖੜੇ ਹਾਂ ਆਪਣੇ ਘਰ ਦੇ ਵਿੱਚ ਖੜੇ ਹਾਂ, ਤੇ ਮੇਰੇ ਕੋਲ ਜੇ ਕੋਈ ਪਿੰਡ ਦਾ ਬੰਦਾ ਆਉਣਾ ਚਾਹਵੇ ਇੱਥੇ ਐਵਰੀ ਟਾਈਮ ਵੈਲਕਮ ਹੈ, ਕੋਈ ਵੀ ਆ ਸਕਦਾ, ਉਹ ਦੇਖ ਸਕਦਾ ਮੈਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੈ, ਬਟ ਪਿੰਡ ਦੇ ਲੋਕਾਂ ਨੂੰ ਇਹਨਾਂ ਚੀਜ਼ਾਂ ਦੀ ਬਹੁਤ ਜ਼ਰੂਰਤ ਆ। ਉੱਥੇ ਸਿਰਫ ਜਵਾਕਾਂ ਨੂੰ ਨਹੀਂ ਪਹੁੰਚਣਾ ਚਾਹੀਦਾ, ਜਿਨ੍ਹਾਂ ਦੇ ਛੋਟੇ ਛੋਟੇ ਪੋਤੇ ਆ, ਜੇ ਉਹ ਚਾਹੁੰਦੇ ਆ ਵੀ ਉਹਨਾਂ ਦੇ ਪੋਤੇ ਸਕਸੈਸ ਹੋਣ, ਉਹ ਬੰਦੇ ਨੂੰ ਵੀ ਐਤਵਾਰ ਨੂੰ ਉੱਥੇ ਸ਼ਾਮ ਨੂੰ 5:30 ਵਜੇ ਆਉਣਾ ਚਾਹੀਦਾ। ਕਿਸੇ ਦਾ ਬੱਚਾ ਅਜੇ ਸਾਲ ਦਾ, 2 ਸਾਲ ਦਾ, ਜਾਂ ਕਿਸੇ ਦਾ ਬੱਚਾ ਅਜੇ ਹੋਣ ਨੂੰ ਆ, ਉਹਨੂੰ ਵੀ ਉੱਥੇ ਪਹੁੰਚਣਾ ਚਾਹੀਦਾ। ਵੀ ਇਹ ਚੀਜ਼ਾਂ ਉਹਨਾਂ ਦੇ ਬੱਚਿਆਂ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਬੱਚਿਆਂ ਨੂੰ ਨਹੀਂ ਪਤਾ ਕੀ ਚੀਜ਼ ਹੋਣੀ ਚਾਹੀਦੀ ਹੈ, ਕੀ ਨਹੀਂ ਹੋਣੀ ਚਾਹੀਦੀ, ਉਹ ਆਪਾਂ ਡਿਸਾਈਡ ਕਰਨੀ ਆ। ਸੋ ਇਹ ਚੀਜ਼ਾਂ ਨੇ ਇਹੀ ਦੱਸਣ ਲਈ ਤੁਹਾਡੇ ਕੋਲ ਆਇਆ ਸੀ। ਸੋ ਹੱਥ ਬੰਨ੍ਹ ਕੇ ਮੇਰੀ ਬੇਨਤੀ ਆ ਵੀ ਪਿੰਡ ਦੇ ਵਿੱਚੋਂ ਹਰ ਇੱਕ ਘਰ ਦੇ ਵਿੱਚੋਂ ਐਟਲੀਸਟ ਇੱਕ ਬੰਦਾ ਗੁੱਗਾ ਮਾੜੀ ਦੇ ਵਿੱਚ ਐਤਵਾਰ ਨੂੰ ਸ਼ਾਮ ਨੂੰ 5:30 ਵਜੇ ਪਹੁੰਚੇ, ਕਿਉਂਕਿ ਜਦੋਂ ਆਪਣੇ ਕੋਲ ਕੋਈ ਵੋਟਾਂ ਮੰਗਣ ਆਉਂਦਾ ਸੀ ਆਪਾਂ ਪਿੰਡ ਇਕੱਠਾ ਕਰ ਲੈਂਦੇ ਸੀਗੇ। ਸੋ ਇਹ ਆਪਣੇ ਫਾਇਦੇ ਦੀ ਗੱਲ ਆ, ਆਪਣੇ ਲਈ ਆ। ਉੱਥੇ ਜ਼ਰੂਰ ਘਰ ਦੇ ਵਿੱਚੋਂ ਇੱਕ ਬੰਦਾ ਜ਼ਰੂਰ ਪਹੁੰਚੇ, ਤਾਂ ਕਿ ਆਪਾਂ ਆਪਣੇ ਹੱਕ ਦੀ ਗੱਲ ਰੱਖ ਕੇ ਆਪਾਂ ਗਰਾਊਂਡ ਦੇ ਵਾਸਤੇ ਜ਼ਮੀਨ ਰੱਖ ਗਏ ਤੇ ਗਰਾਊਂਡ ਦੇ ਉੱਤੇ ਕੰਮ ਸ਼ੁਰੂ ਕਰੀਏ। ਜ਼ਮੀਨ ਰੱਖੀ ਗਈ ਤਾਂ ਗਰਾਊਂਡ ਲਾਜ਼ਮੀ ਆਪਣੇ ਆਪ ਹੀ ਬਣ ਜੂਗਾ, ਅਸੀਂ ਬਣਾ ਲਾਂਗੇ।
ਸੋ ਹਰ ਇੱਕ ਬੰਦਾ ਉੱਥੇ ਜ਼ਰੂਰ ਪਹੁੰਚੇ, ਸੋਚ ਵਿਚਾਰ ਕਰਕੇ ਚੀਜ਼ ਦੇ ਉੱਤੇ। ਇਹਦੇ ਵਿੱਚ ਤੁਹਾਡਾ ਫਾਇਦਾ ਆ, ਮੇਰਾ ਕੋਈ ਫਾਇਦਾ ਨਹੀਂ ਹੈ, ਪਿੰਡ ਦੇ ਬੱਚਿਆਂ ਦਾ ਫਾਇਦਾ ਆ। ਸੋ ਹਰ ਇੱਕ ਬੰਦਾ ਉੱਥੇ ਜ਼ਰੂਰ ਪਹੁੰਚੇ। ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ ਜੀ।